Audio Jungle. Audio Jungle. ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਰਾਜਵੀਰ ਸਿੰਘ ਹੋਰਾ। ਤੁਸੀਂ ਵੇਖ ਰਹੇ ਹੋ ਤੇੜੀ ਬਾਤ ਨਿਊ। ਆਪਾਂ ਸੱਚ ਕਹਿੰਦੇ ਆ ਡੰਕੇ ਦੀ ਚੋਟ ਤੇ। ਤਿੱਖੇ ਸਵਾਲ ਪੁੱਛਨੇ ਆ, सच्चे सवाल पूछने आ। कोई समझौता नहीं, कोई कंप्रोमाइज नहीं। जो समाज हित तो है, कौम हित है, संगत दी है हित है, कोई सवाल ਆਪਾਂ करने आ। ਤੁਹਾਡੇ ਜਹਨ ਦੇ ਅੰਦਰ ਜਾਂ ਤੁਹਾਡੇ ਮਨ 'ਚ ਕੋਈ ਸਵਾਲ ਹੋਵੇ, ਜੋ ਸਵਾਲ ਤੁਸੀਂ ਆਪਣੇ ਪ੍ਰਧਾਨ ਸਾਹਿਬ ਨਾਲ ਜਾਂ ਚੁਣਾਵ ਲੜਨ ਵਾਲੇ ਪ੍ਰਤਿਆਸ਼ੀਆਂ ਨਾਲ ਪੁੱਛਣਾ ਚਾਹੁੰਦੇ ਹੋ, ਸਾਨੂੰ WhatsApp ਕਰ ਸਕਦੇ ਹੋ। ਉਹ ਸਵਾਲ ਨਿਸ਼ਪੱਖ ਤਰੀਕੇ ਨਾਲ ਪੁੱਛੇ ਜਾਣਗੇ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਾਡੇ ਵੀਰ ਸਰਦਾਰ ਮਨਜੀਤ ਸਿੰਘ ਜੀ। ਇਹਨਾਂ ਨਾਲ ਬੇਬਾਕੀ ਨਾਲ ਸਵਾਲ ਕਰਾਂਗਾ, ਬੇਖੌਫ ਹੋ ਕੇ ਕਰਾਂਗਾ, ਤਿੱਖੇ ਤੇ ਚੁੱਪਦੇ ਹੋਏ ਸਵਾਲ ਵੀ ਕਰਾਂਗਾ। ਮੈਨੂੰ ਉਮੀਦ ਹੈ ਕਿ ਸਾਡੇ ਵੀਰ ਸੰਗਤ ਦੇ ਹਰ ਸਵਾਲ ਦਾ ਸਰਲ ਤਰੀਕੇ ਨਾਲ ਵਿਸਤਾਰ ਨਾਲ ਜਵਾਬ ਦੇਣਗੇ। ਭਾਟੀਆ ਜੀ, ਤੁਹਾਡਾ ਸਾਡੇ ਚੈਨਲ ਦੇ ਉੱਤੇ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ 2-3 ਦਿਨ ਪਹਿਲੇ ਨਾਲ ਜੋ ਖਬਰ ਚੱਲ ਰਹੀ ਸੀ, ਜਿਸ ਖਬਰ ਨੂੰ ਆਪਾਂ ਆਪਣੇ ਬ੍ਰੇਕ ਕੀਤਾ ਸੀ ਕਿ ਖੰਡਾ ਪੈਨਲ ਤੇ ਫਤਿਹ ਪੈਨਲ ਦਾ ਵਿਲੈ ਤੈਅ ਹੋ ਗਿਆ ਹੈ। ਸਵੇਰੇ ਅਰਦਾਸ ਹੋਈ ਇੱਥੇ ਗੁਰਦੁਆਰੇ ਸਾਹਿਬ ਦੇ ਅੰਦਰ, ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਦਾ ਵਿਲੈ ਹੋਇਆ ਹੈ। ਬਹੁਤ ਅੱਛੀ ਗੱਲ ਹੈ ਵੀ ਖੰਡਾ ਪੈਨਲ ਔਰ ਫਤਿਹ ਪੈਨਲ ਇੱਕ ਹੋ ਗਈ। मैं तो बेनती कराँगा, अरदास बेनती कि भी खालसा पैनल भी नाल आ जाए और समाजी चोणा ना हो और वरिष्ठ समाज के जन बैठन और कोई ना कोई रस्ता गुरु करे निकले, ताकि ਜਿਹੜੀ ਤਲਖੀ ਚੁਣਾव ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋਗੇ समाज के कुछ लोग ग्रुप बना के कर रहे हैं, वो तलखी खत्म होए और आपस ਵਿੱਚ ਇੱਕ ਸਵਾਦਪੂਰਨ ਵਾਤਾਵਰਣ ਵਿੱਚ ਗੁਰੂ ਘਰ ਦੀ ਸੇਵਾ ਜਿਹਨੂੰ ਗੁਰੂ ਬਖਸ਼ੇ, ਸੰਗਤ ਬਖਸ਼ੇ, ਉਹਨੂੰ ਮਿਲੇ। ਖੰਡਾ ਪੈਨਲ ਦਾ ਵਿਲੈ ਹੋ ਗਿਆ ਫਤਿਹ ਪੈਨਲ ਦੇ ਅੰਦਰ ਜਾਂ ਫਤਿਹ ਪੈਨਲ ਦਾ ਵਿਲੈ ਹੋਇਆ, ਇਸ ਨੂੰ ਲੈ ਕੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ? ਨਹੀਂ, ਮੇਰੇ ਕੋਲ ਜਾਣਕਾਰੀ ਨਹੀਂ ਹੈ। ਆਪ ਜੀ ਦੇ ਮਾਧਿਅਮ ਤੋਂ ਮੈਨੂੰ ਪਤਾ ਲੱਗਿਆ ਹੁਣੇ ਕਿ ਇਸ ਤਰ੍ਹਾਂ ਦਾ ਵਿਲੈ ਹੋਇਆ ਹੈ। ਇਸ ਵਿਲੈ ਨੂੰ ਲੈ ਕੇ ਕਦੀ ਕੋਈ ਤੁਹਾਡੇ ਨਾਲ ਕੋਈ ਚਰਚਾ ਹੋਈ ਪਿਛਲੇ ਸਮੇਂ? ਮੇਰੇ ਨਾਲ ਕੋਈ ਚਰਚਾ, ਕਿਸੇ ਵੀ ਤਰੀਕੇ ਦੀ ਕੋਈ ਚਰਚਾ ਨਹੀਂ ਹੋਈ। ਮਤਲਬ ਮੈਂ ਤੇ ਆਪ ਬੜਾ ਹੈਰਾਨ ਹਾਂ, ਕਿਉਂਕਿ ਜਦੋਂ ਤਕਰੀਬਨ ਪਿਛਲੇ ਕੋਵਿਡ ਤੋਂ ਬਾਅਦ ਮੈਂ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਕਿ ਖਾਲਸਾ ਐਜੂਕੇਸ਼ਨ ਸੁਸਾਇਟੀ ਔਰ ਸ਼੍ਰੀ ਗੁਰੂ ਸਿੰਘ ਸਭਾ ਦੀਆਂ ਚੋਣਾਂ ਸੰਗਤੀ ਰੂਪ ਵਿੱਚ ਹੋਣ। ਉਹਦੀ ਸਾਡੀ ਆਪਸੀ ਸਹਿਮਤੀ ਵੀ ਬਣ ਗਈ ਸੀ, ਇੱਕ ਚਿੱਠੀ ਵੀ ਹੈ ਸਾਡੇ ਕੋਲ ਜਿਹਦੇ ਵਿੱਚ ਚਰਨਜੀਤ ਸਿੰਘ ਜੀ ਸੈਣੀ, ਜਸਵੰਤ ਸਿੰਘ ਜੀ ਛਾਬੜਾ, ਰਣਵੀਰ ਸਿੰਘ ਜੀ ਛਾਬੜਾ और मनजीत सिंह जी मुख्य सेवादार श्री गुरु सिंह सभा, जसबीर सिंह गांधी और जगजीत सिंह टुटेजा जी ਦੇ ਸਾਈਨ ਨੇ ਕਿ ਅਸੀਂ 2022 ਸੰਗਤੀ ਚੋਣਾਂ ਕਰਾਂਗੇ। ਔਰ ਸਾਡਾ ਆਪਸ ਵਿੱਚ ਗੱਲਬਾਤ ਹੋ ਗਈ ਸੀ, ਲੇਕਿਨ ਵਾਪਸ ਤੋਂ ਉਹ ਮੁੱਦਾ ਅਕਾਲ ਤਖਤ ਤੇ ਗਿਆ, ਵਾਪਸ ਤੋਂ ਮੁੱਦਾ ਗਰਮਾ ਗਿਆ ਔਰ ਅਸੀਂ ਅਕਾਲ ਤਖਤ ਤੇ ਇਹੀ ਪੈਰਵੀ ਕਰਦੇ ਰਹੇ ਕਿ ਵੀ ਖਾਲਸਾ ਐਜੂਕੇਸ਼ਨ ਸੁਸਾਇਟੀ ਔਰ ਸ਼੍ਰੀ ਗੁਰੂ ਸਿੰਘ ਸਭਾ ਦੀ ਚੋਣਾਂ ਇਕੱਠੀਆਂ ਹੋਣ, ਪਰ ਉਹਦੇ ਵਿੱਚ ਅਸੀਂ ਸਫਲ ਨਹੀਂ ਹੋਏ। ਕਿਤੇ ਨਾ ਕਿਤੇ ਕੋਈ ਕਾਰਨ ਰਿਹਾ। ਹੁਣ ਸ਼੍ਰੀ ਗੁਰੂ ਸਿੰਘ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਔਰ ਆਪ ਜੀ ਦੇ ਸਾਹਮਣੇ ਪੈਨਲ ਆਈਆਂ ਨੇ। ਦੂਸਰਾ, ਇੱਕ ਸਭ ਤੋਂ ਵੱਡੀ ਗੱਲ ਕਿ ਵੀ ਖਾਲਸਾ ਪੈਨਲ ਦੇ ਜਿਹੜੇ ਪ੍ਰਤਿਆਸ਼ੀ ਨੇ ਪ੍ਰਿਤਪਾਲ ਸਿੰਘ ਬੰਟੀ ਭਾਟੀਆ ਜੀ, ਇਹਨਾਂ ਨੇ ਹੀ ਪ੍ਰਤਾਪ ਨਗਰ ਗੁਰਦੁਆਰੇ ਘੋਸ਼ਣਾ ਕੀਤੀ ਸੀ ਕਿ ਸਾਡਾ ਸਮਰਥਨ ਹੈ ਸਰਦਾਰ ਹਰਪਾਲ ਸਿੰਘ ਜੀ ਭਾਟੀਆ ਮੋਨੂ ਨੂੰ ਔਰ ਸੁਰਜੀਤ ਸਿੰਘ ਟੁਟੇਜਾ ਜੀ ਨੂੰ ਸਕੱਤਰ ਪਦ 'ਤੇ। ਔਰ ਉਸ ਚੀਜ਼ ਦੀ ਘੋਸ਼ਣਾ ਹੋਣ ਦੇ ਬਾਅਦ ਫਿਰ ਤੀਸਰੀ ਪੈਨਲ ਬਣੀ, ਫਤਿਹ ਪੈਨਲ ਬਣੀ ਔਰ ਫਤਿਹ ਪੈਨਲ ਦਾ ਅੱਜ ਖੰਡਾ ਪੈਨਲ ਵਿੱਚ ਵਿਲੈ ਹੋ ਗਿਆ। ਅਤੇ ਅਲਟੀਮੇਟ ਆਪਸ ਵਿੱਚ ਸਭ ਇੱਕ ਦੂਜੇ ਦੀ ਸਾਂਝ ਤੇ ਕਿਤੇ ਨਾ ਕਿਤੇ ਹੈ ਹੀ ਹੈ। ਪਰਿਵਾਰਿਕ ਤੌਰ 'ਤੇ ਸਾਂਝ ਅੱਛੀ ਹੋ ਜਾਏ, ਆਪਸ ਵਿੱਚ ਬੈਠ ਕੇ ਰਸਤਾ ਨਿਕਲੇ। ਮੈਂ ਤਾਂ ਗੁਰੂ ਨਾਨਕ ਅੱਗੇ ਇਹੀ ਅਰਦਾਸ ਬੇਨਤੀ ਕਰਦਾ। ਨਹੀਂ, ਤੁਸੀਂ ਕਹਿ ਰਹੇ ਹੋ ਕਿ ਖਾਲਸਾ ਪੈਨਲ ਤੇ ਫਤਿਹ ਪੈਨਲ ਦਾ ਟਾਈਅਪ ਹੋ ਗਿਆ ਸੀ, ਜਿਹਦੀ ਘੋਸ਼ਣਾ ਪ੍ਰਤਾਪ ਨਗਰ ਗੁਰਦੁਆਰੇ ਸਾਹਿਬ ਕੀਤੀ ਗਈ ਸੀ। ਉੱਥੇ ਮੈਂ ਵੀ ਮੌਜੂਦ ਸੀ ਔਰ ਮੈਨੇ ਹੀ ਉਹ ਖਬਰ ਬ੍ਰੇਕ ਕੀਤਾ ਸੀ ਕਿ ਖਾਲਸਾ ਪੈਨਲ ਦੇ ਤਰਫੋਂ ਹਰਪਾਲ ਸਿੰਘ ਭਾਟੀਆ ਪ੍ਰਧਾਨ ਪਦ ਦੇ ਤੇ ਸੁਰਜੀਤ ਸਿੰਘ ਟੁਟੇਜਾ ਜੀ ਸਕੱਤਰ ਪਦ ਦੇ ਉਮੀਦਵਾਰ ਹੋਣਗੇ।
ਇਹ ਜਿਹਾ ਕੀ ਹੋਇਆ ਕਿ ਕੁछ ही घंटों बाद वो समझौता टूट गया? इस बारे कुछ है ਤੁਹਾਨੂੰ ਜਾਣਕਾਰੀ? नहीं मैनू जानकारी नहीं है, लेकिन हाँ यह जरूर पता लग्या सी कि आपस ਵਿੱਚ कोई सहमति नहीं हुई है और ਜਿਹਦੇ ਕਰਕੇ ਫਤਿਹ ਪੈਨਲ ਦਾ ਨਾਮ ਰੱਖ ਕੇ ਇੱਕ ਨਵੀਂ ਪੈਨਲ ਬਣਾ ਕੇ ਸੰਗਤ ਦੇ ਰੂਪ ਵਿੱਚ ਆਈ ਤੇ ਖਾਲਸਾ ਪੈਨਲ ਦੇ ਹੀ ਤਰਫੋਂ ਹੈ ਕਿ ਉਹਨਾਂ ਦੇ ਹੀ ਸੇਵਾ ਕਰਦੇ ਰਹੇ। ਅੱਜ ਇਕੱਠੇ ਮਿਲ ਕੇ ਸੰਗਤ ਦੀ ਸੇਵਾ ਹੋਈ ਹੈ, ਪਰ ਹੁਣ ਨਵੀਂ ਪੈਨਲ ਦੇ ਨਾਮ ਤੋਂ ਸੰਗਤ ਦੇ ਵਿੱਚ ਆਏ। ਨਹੀਂ ਉਸ ਸਮੇਂ ਪਤਾ ਚੱਲਿਆ ਸੀ, ਕੁਝ ਖਬਰ ਆਈ ਸੀ ਸਾਡੇ ਕੋਲ ਉੜਦੀ ਕਿ ਸਰਦਾਰ ਸੁਰਜੀਤ ਸਿੰਘ ਟੁਟੇਜਾ ਦੇ ਨਾਂ ਤੋਂ ਸਹਿਮਤੀ ਨਹੀਂ ਸੀ, ਇਸ ਕਰਕੇ ਉਹ ਸਮਝੌਤਾ ਟੁੱਟੀ। तो ਹੁਣ ਅੱਜ ਜੋ ਵਿਲय ਹੋਇਆ ਹੈ ਉਹਦੇ ਅਨੁਸਾਰ ਸਰਦਾਰ ਸੁਰਜੀਤ ਸਿੰਘ ਟੁਟੇਜਾ जो 77 पद के उम्मीदवार घोषित किए गए सन, वो चुनाव नहीं लड़ रहे ने, उन्होंने अपना नाम वापस ले लिया समझौते के तहत। तो अगे तो की दिखता कि इस गल का ही विरोध सी खालसा पैनल तरफों, शायद उनके सारे रल मिल जाएंगे अगर पर्दे के पीछे या अगे सामने की लग रहा है? देखो रलना मिलना तो चाहिए है, क्योंकि गुरु घर की सेवा की गल है और आपसी प्रेम प्यार है। संगत का मिल जान तो बड़ी अच्छी गल है, क्योंकि 77 पद के उम्मीदवार हुण नवे इन्होंने घोषित करते ने दानवीर सिंह छाबड़ा जी, तो प्रधान के उम्मीदवार है ने हरपाल सिंह पाटिया जी। हुण अगर खालसा पैनल नाल गलबात होएगी तो अच्छा है, कोई रस्ता निकले तो वधिया गल है। तुसी सोचते हो कि ये सारे बह के आपस जो मिल के या तुसी प्रयास करना चाहोगे एक अंतिम प्रयास ये चुनाव के पहले कि सारे तुसी बह करके कोई इस तरह का रास्ता निकल आवे कि चुनाव की लोड़ न पवे और सारे तुसी बड़े वाहिगुरू की कृपा नाल बड़े सक्षम हो और तुसी अगर सारे मिल गए तो मेरे ख्याल नाल सिख कौम दे लई बड़े गर्व की गल होएगी और इंदौर का सिख समाज बड़ा ही उच्ची शिखर ते ही जा सकता है। तो तुसी अपने तरफों कोई या जो प्रयास अंतिम प्रयास कह सकना मैं देखो कर सकते हो? समाज के अंदर बड़े वरिष्ठ बैठे हैं, वरिष्ठ लोग बह जान, मैं एज ए मुख सेवादार बैठ जाऊँगा। जे कोई रास्ता निकलता होए तो उसका स्वागत है, बड़ी अच्छी गल है कि आपस में मिलन जुलन प्यार रखन और गुरु घर की सेवा मिलजुल के चले। मेरी तरफों से कोई ये मनाही नहीं है, मैं तो स्वागत ही कराँगा। समाज के वो किहड़े वरिष्ठ ने जिन्होंने बहना चाहिए, तुसी दो चार नाम दसो। वरिष्ठ सरदार रणजीत सिंह जी आहूजा जी ने, डॉक्टर माखीजा जी ने, अपना तुहाडा भगत सिंह वासू जी ने, अजीत सिंह नारंग जी ने। नारंग परिवार वड्डा है, जिन्हों का पार्टिसिपेशन समाजिक तौर पर राजनीतिक तौर पर रहिंदा है, तो सारे बैठ सकते हैं। ये जो समझौता होया है ये सेवा लई है या कुर्सी लई है? ਇਹਦੇ बारे मैं की कह सकता है, तो जवाब संगत देगी कि भी ये सेवा जिहड़ा है कायदे नाल ते देखा जाए तो कुर्सी ਲਈ समझौता है, सेवा ਲਈ तो मैनू नहीं मन्नागा। सन 2012 शायद तारीख 12 दिसंबर श्री गुरु सिंह सभा के चोन हुए सन। खंडा पैनल संगत के बीच दो मुद्दे लेके गई सी कि हर 3 साल के अंदर आप अपना कार्यकाल खत्म होने के बाद चुनाव करावांगे ते खालसा कॉलेज नूं आज़ादी दिलवावांगे। तुहानूं लगता है कि तुसी या तुहाडा खंडा पैनल इस तो लेकर नाकाम रहा है? देखो इस तरह हैगा कि जो भी कहांगा मैं गुरु की हजूरी बैठा, कोई लाग लपेट वाली गल संगत अगे नहीं करांगा। जदों मैं श्री गुरु सिंह सभा का मुख सेवादार बन के आया तो खालसा एजुकेशन सुसाइटी ते जिहड़ा केस कब्जा सीगा वो 1999 का सीगा और ये सारे जगह ते जिहड़े केस हार चुके सीगे। फिर मैनू सारी गल जगजीत सिंह सुग्गा जी ने दसी कि यह सारी गल हुई है, तो असी वापस तो कोर्ट गए, फर्म एंड सोसाइटी गए, हाई कोर्ट गए, सुप्रीम कोर्ट गए, सारे पासे तो वापस तो केस नू जिंदा करके जित के हुण हाई कोर्ट ही जो मामला डिसीजन ते है कि कभी भी डिसीजन उहदा आ सकता है। और मैं गुरु अगे अरदास करांगा कि चोणां तो पहला ही डिसीजन आ जाए तो साडी भी गल रह जाएगी जिहड़ी संगत नाल वादा सीगा। और जिथे जिथे जरूरत पई असी हर जगह ते गल रखी, बिल्कुल शासन प्रशासन ते असी गए, कई बार प्रदर्शन किया, असी कलैक्ट्रेट गए, एयरपोर्ट ते मुख्यमंत्री जी कोल गए, कई बार भोपाल गए, कई चक्कर कट्टे कि भी यह सब चीज़ होए
ਲੇਕਿਨ ਨਿਆਲੇ ਤੋਂ ਅਸੀਂ ਸਫਲ ਹੋ ਗਏ ਹਾਂ ਔਰ ਸ਼ਾਸਨ ਪ੍ਰਸ਼ਾਸਨ ਤੇ ਹਲੇ ਸਾਡੀ ਗੱਲ ਲੰਬਿਤ ਹੈ ਕਿ ਵੀ ਐਸੇ ਕੋਈ ਡਿਸੀਜਨ ਆਉਣਾ ਚਾਹੀਦਾ ਹੈ। ਔਰ ਉਹਦੇ ਬਾਅਦ ਕੋਵਿਡ ਦੇ ਦਰਮਿਆਨ ਮੈਂ ਸਤਤ ਪ੍ਰयास ਵੀ ਕੀਤਾ। ਸਰਦਾਰ ਰਣਵੀਰ ਸਿੰਘ ਛਾਬੜਾ ਜੀ ਨੂੰ ਇੱਕ ਚਿੱਠੀ ਲਿਖੀ, ਚਰਨਜੀਤ ਸਿੰਘ ਸੈਣੀ ਜੀ ਨੂੰ ਚਿੱਠੀ ਲਿਖੀ ਕਿ ਕੋਵਿਡ ਦੇ ਦੌਰਾਨ ਸਮਾਜ ਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਜਿਹੜਾ ਕੁੜੀਆਂ ਦਾ ਸ਼ਾਸਕੀ ਵਿਦਿਆਲਿਆ ਬੰਦ ਪਿਆ ਉੱਥੇ ਅਸੀਂ ਹਸਪੀਟਲ ਦਾ ਨਿਰਮਾਣ ਕਰੀਏ ਤੇ ਸਿੱਖ ਸਮਾਜ ਨੂੰ ਇੱਕ ਅੱਛਾ ਹਸਪੀਟਲ ਮਿਲੇਗਾ। ਮੇਰੀ ਉੱਪਰ ਇੱਕ ਵੱਡੇ ਗਰੁੱਪ ਨਾਲ ਗੱਲ ਵੀ ਹੋਈ ਸੀ ਔਰ ਸਿੱਖਾਂ ਦਾ ਇਲਾਜ ਫ੍ਰੀ ਹੋਏਗਾ, ਜਿਹਦੇ ਤੇ ਉਹਨਾਂ ਦੀ ਸਹਿਮਤੀ ਵੀ ਬਣ ਗਈ ਸੀ ਔਰ ਅਸੀਂ ਆਪਸੀ ਲੇਖ ਵੀ ਤਿਆਰ ਕਰ ਲਿਆ ਸੀ ਕਿ 2022 ਦੇ ਅੰਦਰ ਸ੍ਰੀ ਗੁਰੂ ਸਿੰਘ ਸਭਾ ਔਰ ਖਾਲਸਾ ਐਜੂਕੇਸ਼ਨ ਸੁਸਾਇਟੀ ਦੀ ਚੋਣਾਂ ਸੰਗਤੀ ਰੂਪੀ 'ਚ ਹੋਣਗੀਆਂ, ਜਿਹਦੀ ਚਿੱਠੀ ਮੈਂ ਆਪ ਜੀ ਨੂੰ ਦਿਖਾ ਦਿੰਦਾ ਵਾਂ। ਲੇਕਿਨ ਉਹ ਮਾਮਲਾ ਜਦੋਂ ਕੋਈ ਆਦਮੀ ਐਸਾ ਦਾ ਇੰਟਰਫੇरेंस ਕਰਦਾ ਹੈ ਜਾਂ ਕਿਸੇ ਨੂੰ ਈਗੋ ਨੂੰ ਹਰਟ ਕਰਦਾ ਹੈ ਤੇ ਉਹ ਮਾਮਲਾ ਇੱਕਦਮ ਨਾਲ ਵਾਪਸ ਤੋਂ ਵਿਗੜ ਗਿਆ। ਮਤਲਬ ਖਾਸ ਕਰਕੇ ਜਿੰਨੀ ਵਾਰ ਉਹ ਇੱਥੇ ਗੱਲ ਕਰਨ ਆਏ ਨੇ, ਸਾਡੇ ਜਿਹੜੇ ਹੋਰ ਵੀ ਆਗੂ ਸੀਗੇ ਨਾਲ ਦੇ ਬੰਦੇ ਉਹਨਾਂ ਨੂੰ ਟੁੱਟ ਕੇ ਪਏ, ਜਿਹਦੇ ਕਰਕੇ ਆਪਸ ਵਿੱਚ ਗੱਲ ਹੋ ਜਾਂਦੀ ਹੈ ਕਿ ਯਾਰ ਹੁਣ ਤੇ ਮੈਂ ਇਸ ਚੀਜ਼ ਨੂੰ ਵਾਜਿਬ ਨਹੀਂ ਕਰਾਂਗਾ ਔਰ ਜਦ ਵੀ ਮੈਂ ਦੇਵਾਂਗਾ ਸੰਗਤ ਨੂੰ ਚੀਜ਼ ਆਪਣੇ ਮਰਜ਼ੀ ਨਾਲ ਹੀ ਦੇਵਾਂਗਾ। ਵੀ ਜਿਨ੍ਹਾਂ ਮੈਂ ਤੁਹਾਨੂੰ ਰੋਕ ਰਿਹਾ, ਜਿਨ੍ਹਾਂ ਨੇ ਇਸ ਤਰ੍ਹਾਂ ਦਾ ਵਿਵਹਾਰ ਕੀਤਾ, ਤੁਸੀਂ ਕਹਿ ਰਹੇ ਹੋ ਕਿ ਸਮਝੌਤਾ ਹੁੰਦੇ ਰਹਿ ਗਿਆ, ਉਹ ਕੌਣ ਸਨ? ਉਹਨਾਂ ਦਾ ਨਾਂ ਦੱਸੋ ਸੰਗਤ ਨੂੰ। ਦੇਖੋ ਇਸ ਤਰ੍ਹਾਂ ਹੈ, ਹੁਣ ਚੁਣਾਵ ਦਾ ਟਾਈਮ ਹੈ, ਉਹ ਲੱਗੇਗਾ ਕਿ ਮੈਂ ਆਪਸੀ ਪਰਿਵਾਰ ਵਿੱਚ ਇਹ ਗੱਲ ਬੋਲੀ, ਲੇਕਿਨ ਹਾਂ ਜਿਹੜੇ ਖੰਡਾ ਪੈਨਲ ਦੇ ਮੁੱਖ ਕਹਿੰਦੇ ਕਹਾਉਂਦੇ ਆਪਣੇ ਆਪ ਨੂੰ ਜਿਹੜੇ ਬੰਦੇ ਆ ਦੂਸਰੀ ਜਗ੍ਹਾ ਜਾ ਰਹੇ ਨੇ, ਇਹਨਾਂ ਲੋਕਾਂ ਨੇ ਹੀ ਵਿਰੋਧ ਕੀਤਾ, ਜਿਹਦੇ ਵਿੱਚ ਸਭ ਸੀਗੇ, ਕਿਉਂਕਿ ਅਸੀਂ ਲੜਾਈ ਲੜਦੇ ਹਾਂ ਸੰਗਤ ਵਾਸਤੇ। ਖਾਲਸਾ ਐਜੂਕੇਸ਼ਨ ਸੁਸਾਇਟੀ, ਖਾਲਸਾ ਕਾਲਜ ਸਾਡੇ ਬਜ਼ੁਰਗਾਂ ਨੇ ਬੱਚਿਆਂ ਵਾਸਤੇ ਬਣਾਇਆ ਕਿ ਉਹਨਾਂ ਨੂੰ ਅੱਛੀ ਸਿੱਖਿਆ ਮਿਲੇ, ਇੱਕ ਅੱਛੀ ਦਸ਼ਾ ਸਮਾਜ ਦੀ ਅੱਛੀ ਦਿਸ਼ਾ ਦਾ ਨਿਰਧਾਰਨ ਹੋ ਸਕੇ, ਜਿਹਦੇ ਕਰਕੇ 11 ਸਾਲ ਮੈਂ ਬਖੂਬੀ ਤੌਰ ਤੇ ਹਰ ਜਗ੍ਹਾ ਤੇ ਲੜਾਈ ਸਮਾਜਿਕ ਤੌਰ ਤੇ ਲੜੀ, ਜਿਹਦਾ ਵਪਾਰਿਕ ਤੌਰ ਤੇ ਮੈਨੂੰ ਬਹੁਤ ਨੁਕਸਾਨ ਹੋਇਆ, ਕਿਉਂਕਿ ਅਲਟੀਮੇਟ ਸਰਦਾਰ ਇੰਦਰ ਸਿੰਘ ਜੀ ਛਾਬੜਾ ਜੀ ਦੀ, ਸਰਦਾਰ ਗਿਆਨ ਸਿੰਘ ਖਾਲਸਾ ਜੀ ਦੀ ਹੈ ਪੈਨਲ ਸੀ, ਖਾਲਸਾ ਪੈਨਲ, ਔਰ ਖੰਡਾ ਪੈਨਲ ਜੈਮਲ ਸਿੰਘ ਵਾਸੂ ਜੀ ਦੀ ਸੀਗੀ, ਤੇ ਇਹਨਾਂ ਦੇ ਹੀ ਬੱਚੇ ਅੱਗੇ ਅਗਵਾਈ ਕਰ ਰਹੇ ਨੇ। ਇਹ ਤੇ ਨਵੀਂ ਫਤਿਹ ਪੈਨਲ ਖਾਲਸਾ ਪੈਨਲ ਤੋਂ ਹੀ ਬਣੀ ਹੈ, ਜਦ ਉਹਨਾਂ ਦੀ 77 ਤੇ ਆਪੱਤੀ ਹੋਈ ਹੈ ਤੇ ਨਵੀਂ ਪੈਨਲ ਦਾ ਨਿਰਮਾਣ ਹੋਇਆ। ਅਲਟੀਮੇਟ ਇਹਨਾਂ ਨੇ ਸਾਥ ਤੇ ਇਕੱਠੇ ਹੀ ਰਹੇ ਨੇ ਨਾ। ਤੁਸੀਂ ਦੇਖ ਲਓ ਖਾਲਸਾ ਐਜੂਕੇਸ਼ਨ ਸੁਸਾਇਟੀ ਦੇ 1999 ਚ ਜਿਹੜੀ ਕਮੇਟੀ ਕਾਬਜ ਹੋਈ ਹੈ ਉਹ ਅੱਜ ਤੱਕ ਕਾਬਜ ਹੈ। ਉਸ ਦਰਮਿਆਨ ਪ੍ਰਧਾਨ ਕੌਣ ਸੀ ਔਰ ਸਕੱਤਰ ਕੌਣ ਸੀ? ਕੌਣ ਸੀ ਪ੍ਰਧਾਨ ਔਰ ਸਕੱਤਰ? ਸਰਦਾਰ ਗੁਰਦੀਪ ਸਿੰਘ ਜੀ ਭਾਟੀਆ ਪ੍ਰਧਾਨ ਸੀਗੇ ਔਰ ਜਸਬੀਰ ਸਿੰਘ ਗਾਂਧੀ ਜੀ ਸਕੱਤਰ ਸੀਗੇ, ਜਿਸ ਦੌਰਾਨ ਕਬਜ਼ਾ ਹੋਇਆ। ਹਾਂ ਬਰਾਬਰ। ਮਤਲਬ ਆਪ ਦੇਖੋ ਇਹਨਾਂ ਨੂੰ ਬਾਹਰ ਜਿਹੜਾ ਕੱਢਿਆ ਗਿਆ, त्रिलोचन ਸਿੰਘ ਵਾਸੂ ਜੀ, ਉਹਨਾਂ ਨੂੰ ਬਾਹਰ ਕੱਢਿਆ। ਮੈਂ ਫਿਰ ਇਹਨਾਂ ਨੂੰ ਬੋਲਿਆ, ਫਿਰ ਇਹਨਾਂ ਨੂੰ ਹਰ ਜਗ੍ਹਾ ਤੇ ਪ੍ਰੋਟੈਕਟ ਕਰਕੇ ਮਾਈਨੋਰਟੀ ਕਮਿਸ਼ਨ ਦੇ ਮੈਂਬਰ ਵੀ ਬਣੇ। ਸਰਦਾਰ ਆਪਣਾ ਕੀ ਕਹਿੰਦੇ ਨੇ ਜਸਬੀਰ ਸਿੰਘ ਗਾਂਧੀ ਜੀ ਨੂੰ ਕੱਢਿਆ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਸਿਪਾਹੀ ਨੇ ਔਰ 20 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ 1999 ਤੋਂ ਲੈ ਕੇ ਅੱਜ ਤੱਕ ਤਕਰੀਬਨ ਤੁਸੀਂ ਮੰਨ ਲਓ 27 ਸਾਲ ਹੋ ਗਿਆ ਖਾਲਸਾ ਐਜੂਕੇਸ਼ਨ ਸੁਸਾਇਟੀ ਦੇ ਕਬਜ਼ਾ ਹੋਏ। ਇਹ ਸਾਰੇ ਮੁੱਖ ਤੌਰ ਤੇ ਸੀ ਜਗਜੀਤ ਸਿੰਘ ਟੁਟੇਜਾ ਜੀ ਸੀ, ਜਿਹੜੇ ਇਸ ਚੀਜ਼ ਨੂੰ ਮੰਨ ਕੇ ਅੱਜ ਤੱਕ ਲੜਦੇ ਆ ਰਹੇ ਨੇ ਨਿਰੰਤਰ, ਔਰ ਇਸ ਚੀਜ਼ ਬਾਰੇ ਮੈਨੂੰ ਜਾਣੂ ਕਰਾਉਂਦੇ ਨੇ ਕਿ ਕਿਸ ਤਰ੍ਹਾਂ ਕਿਸ ਚੀਜ਼ ਪਿੱਛੇ ਕੀ ਗੱਲ ਹੋਈ, ਕੀ ਬਾਤ ਹੋਈ, ਕਿਉਂਕਿ ਸਮਾਜਿਕ ਪਹਿਲਾਂ ਕੀ ਹੋਇਆ ਉਹ ਚੀਜ਼ ਮੇਰੇ ਨੌਲੇਜ ਵਿੱਚ ਨਹੀਂ ਹੈ। ਨਹੀਂ, ਤੁਸੀਂ ਜੋ ਇੱਕ ਬੜੀ ਵੱਡੀ ਗੱਲ ਕੀਤੀ ਹੈ ਕਿ ਤੁਸੀਂ ਖਾਲਸਾ ਕਾਲਜ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ, ਬੜੇ ਪਿਆਰ ਦੇ ਮਾਹੌਲ ਵਾਤਾਵਰਨ 'ਚੋਂ ਗੱਲਬਾਤ ਹੋਈ, ਉਹ ਮੰਨ ਵੀ ਗਏ ਸਨ। ਇਹ ਤਾਂ ਸੰਗਤ ਵਾਸਤੇ ਬੜੀ ਵੱਡੀ ਗੱਲ ਕਿ ਉਹ ਮੰਨ ਵੀ ਗਏ ਸਨ। ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ 2-4 ਬੰਦੇ ਵਿੱਚ ਤੋਂ ਭਾਂਜੀ ਮਾਰ ਦਿੱਤਾ ਨੇ ਜਾਂ ਇਹਨਾਂ ਦਾ ਅਹੰਕਾਰ ਆਗੇ ਆ ਗਿਆ ਹੈ, ਉਸ ਕਰਕੇ ਸਮਝੌਤਾ ਟੁੱਟ ਗਿਆ। ਮੇਰੇ ਖਿਆਲ ਨਾਲ ਵੀਰ ਰਣਵੀਰ ਸਿੰਘ ਛਾਬੜਾ ਜਿਨ੍ਹਾਂ ਦੇ ਬਾਰੇ ਮੈਂ ਜਿੰਨਾ ਵੀ ਜਾਣਨਾ, ਜੋ ਥੋੜਾ ਬਹੁਤਾ ਜਾਣਨਾ, ਉਹਨਾਂ ਦਾ ਸੁਭਾਅ ਸਹਿ ਦਿਆ ਜਾਏ ਕਿ ਅਗਰ ਉਹਨਾਂ ਦੇ ਨਾਲ ਪਿਆਰ ਨਾਲ ਬਹਿ ਕੇ ਗੱਲ ਕੀਤਾ ਜਾਵੇ ਤਾਂ ਕੋਈ ਵੀ ਮਸਲਾ ਇਹ ਜਿਹਾ ਨਹੀਂ ਹੈ ਜੋ ਸੁਲਝ ਨਹੀਂ ਸਕਦਾ। ਕੀ ਇਹ ਗੱਲ ਸੱਚ ਹੈ? ਬਿਲਕੁਲ ਸੱਚ ਹੈ, ਕੋਈ ਉਹਦੇ ਦੋ ਮਤ ਨਹੀਂ ਹੈ, ਕਿਉਂਕਿ ਅਸੀਂ ਨਿਆਇਕ ਪ੍ਰਕਿਰਿਆ ਤੋਂ ਵੀ ਗੁਜ਼ਰੇ ਹਾਂ ਔਰ ਸ਼ਾਸਨ ਪ੍ਰਸ਼ਾਸਨ ਤੋਂ ਵੀ ਗੁਜ਼ਰੇ ਹਾਂ। ਕੋਵਿਡ ਇੱਕ ਇਸ ਤਰ੍ਹਾਂ ਦਾ ਦੌਰ ਆਇਆ ਜਿੱਥੇ ਸਾਡੇ ਸ਼੍ਰੀ ਗੁਰੂ ਸਿੰਘ ਸਭਾ ਦੇ ਸਕੱਤਰ ਜਸਬੀਰ ਸਿੰਘ ਗਾਂਧੀ ਜੀ ਨੇ ਮਨਾ ਕਰਤਾ ਕਿ ਸ਼੍ਰੀ ਗੁਰੂ ਸਿੰਘ ਸਭਾ ਕੋਵਿਡ ਵਿੱਚ ਕੋਈ ਸਿੱਖਾਂ ਦੀ ਮਦਦ ਨਹੀਂ ਕਰੇਗੀ। ਮੈਂ ਗੁਰਦੁਆਰੇ ਬੈਠ ਕੇ ਬੋਲ ਰਿਹਾ ਹਾਂ, ਕੋਈ ਝੂਠ ਨਹੀਂ, ਗੁਰੂ ਦੀ ਹਜ਼ੂਰੀ 'ਚ ਬੋਲ ਰਿਹਾ। ਔਰ ਅਸੀਂ ਸੰਗਤਾਂ ਦੇ ਰਾਹੀਂ ਸੰਗਤਾਂ ਦੇ ਮਦਦ ਨਾਲ ਹਸਪੀਟਲ ਦਾ ਟੈਂਪਰੇਰੀ ਹਸਪੀਟਲ ਬਣਾਇਆ ਔਰ ਸੰਗਤ ਦੀ ਸੇਵਾ ਕੀਤੀ। ਜਿਹਨੂੰ ਜੋ ਮਦਦ ਸੀ ਪੂਰੀ ਚਿਕਿਤਸਾ
ਮੁਹੱਈਆ ਕਰਾਉਣਾ, ਕੋਵਿਡ ਦੇ ਦਰਮਿਆਨ ਹਸਪੀਟਲ 'ਚ ਐਡਮਿਟ ਕਰਾਉਣਾ, ਸੰਗਤ ਦੇ ਘਰ ਲੰਗਰ ਰਾਸ਼ਨ ਪ੍ਰਸ਼ਾਦਾ ਪਹੁੰਚਾਉਣਾ, ਜੋ ਸੇਵਾ ਗੁਰੂ ਘਰ ਨੇ ਸਾਨੂੰ ਬਖਸ਼ੀ, ਆਕਸੀਜਨ ਦਾ ਇੰਤਜ਼ਾਮ ਕਰਨਾ, ਇਹ ਸਾਰਾ ਅਸੀਂ ਕੀਤਾ। ਉਹਨਾਂ ਨੇ ਮਨਾ ਕਰ ਦਿੱਤਾ। ਲੇਕਿਨ ਉਸੇ ਦਰਮਿਆਨ ਮੈਂ ਚਿੱਠੀ ਪੱਤਰ ਲਿਖਿਆ ਚਰਨਜੀਤ ਸਿੰਘ ਸੈਣੀ ਔਰ ਰਣਵੀਰ ਸਿੰਘ ਛਾਬੜਾ ਜੀ ਨੂੰ, ਔਰ ਰਣਵੀਰ ਸਿੰਘ ਛਾਬੜਾ ਜੀ ਨਾਲ ਮੈਂ ਗੱਲ ਵੀ ਕੀਤੀ ਕਿ ਵੀਰ ਜੀ ਤੁਸੀਂ ਆਓ, ਸਮਾਜ ਦੀ ਸਥਿਤੀ ਬਹੁਤ ਖਰਾਬ ਹੋ ਰਹੀ ਹੈ, ਜਿਹੜੇ ਲੋੜੀਂਦੇ ਬੰਦੇ ਨੇ ਉਹਨਾਂ ਨੂੰ ਸਾਡੀ ਬੜੀ ਲੋੜ ਹੈ, ਆਪਾਂ ਮਿਲ ਕੇ ਜਾਂਦੇ ਹਾਂ। ਔਰ ਜਿਹੜੀ ਦੁਕਾਨਾਂ ਬੰਦ ਨੇ ਉਹਦਾ ਕਿਰਾਇਆ 1.5 ਤੋਂ 2 ਕਰੋੜ ਰੁਪਏ ਤਕਰੀਬਨ ਸ਼ਾਸਨ ਕੋਲ ਜਮ੍ਹਾਂ ਹੈ। ਅਸੀਂ ਉੱਪਰ ਚੱਲਦੇ ਹਾਂ, ਗੱਲ ਰੱਖਦੇ ਹਾਂ, ਇਹ ਕਿਰਾਇਆ ਲੈਂਦੇ ਹਾਂ ਔਰ ਸੰਗਤ ਦੀ ਜੋ ਮਦਦ ਹੋਏਗੀ, ਕਿਉਂਕਿ ਮੈਨੂੰ ਪਤਾ ਹੈ ਬਹੁਤ ਜ਼ਿਆਦਾ ਵਪਾਰਿਕ ਇਫੈਕਟ ਵੀ ਆਇਆ ਹੈ ਕੋਵਿਡ ਦਾ। ਆਪਣੇ ਸਿੱਖ ਇੰਨੇ ਮਾਰਸ਼ਲ ਕੌਮ ਹੈ, ਲੜਾਕੂ ਕੌਮ ਹੈ, ਕਦੀ ਵੀ ਆਪਣੀ ਗੱਲ ਕਿਸੇ ਨੂੰ ਨਹੀਂ ਦੱਸਦੀ ਕਿ ਅਸੀਂ ਕਿਸ ਪਰੇਸ਼ਾਨੀ ਤੋਂ ਨਿਕਲ ਰਹੇ ਹਾਂ। ਆਪਣੀ ਰੋਜੀ ਰੋਟੀ ਕਮਾਉਂਦੀ ਹੈ, ਖਾਂਦੀ ਹੈ, ਪਰ ਕਦੀ ਦੱਸਦੀ ਨਹੀਂ। ਲੇਕਿਨ ਇਹ ਚੀਜ਼ ਮੈਂ ਮੁੱਖ ਸੇਵਾਦਾਰ ਹੋਣ ਦੇ ਨਾਤੇ, ਸਮਾਜ ਦਾ ਗਾਰਜੀਅਨ ਹੋਣ ਦੇ ਨਾਤੇ ਇਹ ਚੀਜ਼ ਨੂੰ ਮਹਿਸੂਸ ਕਰਦਾ ਵਾਂ। ਔਰ ਮੈਂ ਇਸ ਚੀਜ਼ ਨੂੰ ਚਿੱਠੀ ਲਿਖੀ ਕਿਉਂਕਿ ਅਲਟੀਮੇਟ इंदौर के अंदर जिन्ने भी सक्षम परिवार ने सब कोविड के दौरान सब ने मेरी मदद भी की। श्री गुरु सिंह सभा की मदद की है। श्री गुरु सिंह सभा के मुख्य सेवादार होने के नाते संगत ने भरोसा किया, मदद की। असी चिट्ठी लिखी, वो आए भी। उस दरम्यान इस चीज़ पर रजामंदी भी होगी कि कुड़ियां दे स्कूल च असी खोलांगे, अपना हॉस्पिटल खोलांगे, और चिट्ठी भी बनी। लेकिन उस दरम्यान एक तलक लहजे विच इत्थे गलबात हुई जो नागवारा गुजरी, उन्होंने भी गुजरी, मैनू भी गुजरी। और फिर मैं इन्होंने अपनी कमेटी के बंदों बोलिया भी कि भाई तुसी लोगों ने मुख्य बंदे हो, तुसी उपाध्यक्ष पद ते हो, तुसी सकत्तर पद ते बैठे हो, आज तुहाडी खंडा पैनल तुहाडे पिता जी दी है, तुसी लोग इस चीज़ नूं सॉर्ट आउट करन दी बजाय फिर इस चीज़ नूं पिछे कर दिता। तो वो गल नूं फिर वापस तो खराब हो गई। और फिर यह मामला एक सोची समझी साजिश के तहत अकाल तख्त साहब से चिट्ठी गई, उत्ते लिखिया गया। और अज खालसा एजुकेशन सोसाइटी और श्री गुरु सिंह सभा की चोणां इकट्ठियां होण उहदे वास्ते लगातार असी अमृतसर साहब गए, अकाल तख्त पेश होए। लेकिन असी आखिरी वक्त कई बंदे इस तरह के भी ने कि जिन्हां दे असी नाल अपने रखा कि भी तुसी चलना है, लेकिन एंड मौके ते बंदे नहीं आए, नहीं मौजूद होए। सारी लड़ाई मैं अगे जाके अपना पक्ष रखा कि खालसा एजुकेशन सोसाइटी दियाँ और श्री गुरु सिंह सभा की चोणां संगती तौर पर इकट्ठियां होण। लेकिन वो ना होंदे उन्होंने कहा पहला सिंह सभा की चोणां करा लो, फिर बाद असी खालसा एजुकेशन सोसाइटी की पहला कमेटी भेजांगे, जांच करावांगे, पड़चोल करावांगे, फिर संगती चोणां बाद करावांगे। यह आश्वासन अकाल तख्त के जथेदार साहब ने दिता। फिर यह श्री गुरु सिंह सभा की चोणां की प्रक्रिया चालू हुई। जो तुसी कह रहे हो कि खालसा कॉलेज का चुनाव का साढ़े को साढ़े को जानकारी आई है कि उत्तों कुछ पत्र जारी होने वाले हैं। 6 महीने का शायद वो समय दे रहे हैं। 6 महीने के अंदर ऑडिट वगैरह करवाएंगे और फिर खालसा कॉलेज का चुनाव करवाने की घोषणा करेंगे। देखो इस तरह है कि यह सब एजुकेशन सोसाइटी के मैटर जिहड़े ने यह सब पेपर के नाल चलते हैं। उन्होंने जदों संगती तौर पर हटा कर और अपने इंटरनल 300 मैंबर बना के चोण प्रक्रिया चालू कर दी, जिहड़ी अज असी विश्वविद्यालय के अंदर उन्होंने कागजी प्रक्रिया के नाल या एफिलेशन जिन्ने भी सबजैक्ट ने वो जरूरी है, वो अपनी प्रक्रिया को कंटीन्यू कर रहे हैं और वो कंटीन्यू करते जा रहे हैं। 2022 उन्होंने प्रक्रिया ड्यू सी, उन्होंने कहा बिल्कुल असी 2022 प्रक्रिया संगति कर लाँगे। आपस में बैठ के रजामंदी भी हुई और उन्होंने अपने पेपर वर्क करते जा रहे हैं। उन्होंने वो चोण प्रक्रिया 2022 तो फिर अगे बढ़ा ली है 5 साल वास्ते, जो मैनू पता लग्या है। और उत्थे उन्होंने खुलेआम अकाल तख्त साहब बोल भी दिता कि साहब साड़ी तो प्रक्रिया चोण की हुई है, तुसी जांच करा लो। फिर कागजी तौर पर वो पक्के ने, संगती तौर पर उन्होंने असी मंग रखी सी और वो लगातार 12 अगस्त में भी जो पेशी सी तां भी यह मंग रखी कि संगती तौर पर चोणां होणियां चाहीदियां ने। नहीं, जो तुहाडे विरोधी ने वो ये कह रहे हैं कि 12 अगस्त के मीटिंग चो तो तुसी उत्ते कुछ कहा ही नहीं, बोले चुप होके बैठे रहो। मैं गुरु की हजूरी च बैठा वहाँ, जो भी गल बोल रहा है बिल्कुल झूठ है। मैं बिल्कुल उत्थे गल रखी कि श्री गुरु सिंह सभा दियां चोणां संगतां खुश ने। अज पिछले 10 साल इतिहासिक कार हुए ने श्री गुरु सिंह सभा विच। तुसी चाहो, मैं कहना नहीं चाहता, यह गुरु की सेवा है, संगत की सेवा है, संगत गुरु रूप है। मैं जो सेवा करनी सी अपना समय दिता, सेवा की गुरु की, लेकिन संगत की सेवा की।
लेकिन कोई बोले कि मैं कुछ नहीं बोलिया तो मैं गुरु दा देणदार हाँ। अज गुरु की हजूरी च बैठा कि मैं पूरी गल रखी है, पूरा पक्ष रखा है कि श्री गुरु सिंह सभा के नाल खालसा एजुकेशन सोसाइटी ਦੀਆਂ ਚੋਣਾਂ ਸੰਗਤੀ रूप ਵਿੱਚ ਹੋਣੀਆਂ ਚਾਹੀਦੀਆਂ ਨੇ। यही बेनती है मैं अकाल तख्त के जत्थेदार साहब नूं सब नूं अकाल तख्त साहब विच खरेआम खड़े होकर के यह गल बोली है, और जो बोल रहा मैं सच्चा बोल रहा। अगर मैं झूठ बोल रहा तो मैं गुरु का देणदार हाँ। ਉਹਨਾਂ ਦੇ ਤਰਫੋਂ ਇਹ ਵੀ ਕਹਿਣਾ, ਮਤਲਬ ਜੋ ਖਬਰ ਆਈ ਸਾਡੇ ਕੋਲ ਤੁਹਾਡੀ ਕੋਈ 11 ਤਰੀਕ ਨੂੰ ਅਕਾਲੀ ਦਲ ਦੇ, मैं पूरा खुलासा नहीं कर रहा, जो साढ़े कोल ते गल आई है, इस तरह की कोई मीटिंग हुई तो ਤੁਹਾਡੀ 11 ਤਰੀਕ ਨੂੰ? मेरी कितने कोई मीटिंग नहीं है। इस तरह की जो खबर चली है कि तुसी दोवें दा मीटिंग हो गया आपस चो, 4 सदस्य ਤੁਹਾਡੇ अंदर ले करके और केस तुसी भी ड्रा कर लोगे। देखो इस तरह अकाल तख्त ਸਾਹਿਬ ਦੇ ਬਾਹਰ ਵੀ ਮੇਰੀ ਬॉबी ਨਾਲ ਮੁਲਾਕਾਤ ਹੋਈ, रणवीर ਸਿੰਘ ਛਾਬੜਾ ਨਾਲ। मैं ਉਹਨੂੰ ਇਹੀ ਕਿਹਾ ਕਿ ਵੀਰੇ समाज की चीज़ है, ਆਪਾਂ बैठ जाने आ। मेरा देखो शुरू तो प्रयास रहा है कि चोणा ना होण, चोड़ा ना होण। ਇਹ ਜਦੋਂ अकाल तख्त ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਸੀ, ਉਹਨਾਂ ਨੇ ਕਮੇਟੀ ਭੇਜੀ ਤਾਂ ਵੀ ਮੈਂ ਸੰਗਤੀ ਬੋਲਿਆ। ਉਹਦੇ ਬਾਅਦ ਫਿਰ ਮੈਂ ਬੋਲਿਆ, ਉਹ ਮੈਨੂੰ ਉਹ ਮਿਲੇ, ਮੈਂ ਤਾਂ ਵੀ ਉਹਨਾਂ ਨੂੰ ਬੋਲਿਆ ਕਿ ਵੀ ਇਹ ਸਾਹਿਬ ਦੇ ਦਫ਼ਤਰ ਦੇ ਬਾਹਰ ਜੋ ਉਹ ਵੀ ਗੱਲ ਕੀਤਾ। ਹਾਂ ਇਹੀ ਗੱਲ ਉਹਨਾਂ ਨੇ ਕੀ ਕਿਹਾ? ਫਿਰ ਉਹਨਾਂ ਨੇ ਇਹੀ ਗੱਲ ਮੈਨੂੰ ਬੋਲੀ ਕਿ ਯਾਰ ਦੇਖੋ ਇਹਦਾ ਰਸਤਾ ਕੀ ਹੈ। ਹਾਂ ਵੀ ਅਸੀਂ ਜਿਹੜੇ 6 ਬੰਦੇ ਬਾਹਰ ਕੱਢੇ ਸੀਗੇ, ਉਹਨਾਂ ਵਿੱਚ ਸਰਦਾਰ ਦਰਸ਼ਨ ਸਿੰਘ ਜੀ ਪਾਟਿਆ ਸਵਰਗੀ ਹੋ ਗਏ ਜੀ। ਉਹਦੇ ਬਾਅਦ 5 ਬੰਦੇ ਬਚੇ ਨੇ। ਅਸੀਂ ਉਸ ਚੀਜ਼ ਨੂੰ ਲੈ ਕਰਕੇ ਆਪਸ ਵਿੱਚ ਬੈਠ ਕੇ ਰਸਤਾ ਕੱਢ ਕੇ ਤਾਂ ਹੀ ਸੰਗਤੀ ਹੋ ਸਕਦਾ ਹੈ ਜਦੋਂ ਨਿਆਲੇ ਦਾ ਪ੍ਰਕਰਣ ਖਤਮ ਹੋਏਗਾ ਜੀ। ਵੀ ਅਸੀਂ ਤੁਸੀਂ 6 ਬੰਦਿਆਂ ਦੀ ਨਿਸ਼ਕਾਸਨ ਨੂੰ ਲੈ ਕੇ ਕੋਰਟ ਗਏ ਹੋਏ ਹੋ, ਔਰ ਕੋਰਟ ਵਿੱਚ ਹਲੇ ਲੰਬੀ ਦਾ ਮਾਮਲਾ, ਤੁਸੀਂ ਕੋਰਟ ਤੋਂ ਵਾਪਸ ਲੈ ਲਓ, ਫਿਰ ਬੈਠ ਕੇ ਕੋਈ ਨਿਰਣੇ ਅਸੀਂ ਕਰ ਲਾਂਗੇ। ਇਹ ਗੱਲ ਉੱਥੇ ਹੋਈ ਕਿ ਦਿੱਲੀ ਹੋਈ? ਨਹੀਂ ਉੱਥੇ ਹੀ ਗੱਲ ਹੋਈ। ਅਕਾਲ ਤਖਤ ਸਾਹਿਬ ਦੇ ਬਾਹਰ ਜਦੋਂ ਸਾਡੀ ਮੁਲਾਕਾਤ ਹੋਈ, ਦਿੱਲੀ ਨਹੀਂ ਹੋਈ ਕਿਉਂਕਿ ਸਾਡਾ ਸਮੇਂ ਸੀ 10 ਵਜੇ ਦਾ, ਔਰ ਫਿਰ ਸਾਡੀ ਅਕਾਲ ਤਖਤ ਸਾਹਿਬ ਬੈਠਕ ਹੋਈ 11 ਵਜੇ ਤੇ ਉਹ ਬਾਹਰ ਮਿਲ ਗਏ ਸੀ। ਦੇਖੋ ਐਜ਼ ਏ ਮੁੱਖ ਸੇਵਾਦਾਰ ਮੈਂ ਜਿਹੜਾ ਹੈ ਚੁਣਾਵ ਨੂੰ ਲੈ ਕੇ ਇੱਕ ਤਰੀਕੇ ਨਾਲ ਸਮਾਜ ਦਾ ਤਮਾਸ਼ਾ ਬਣ ਰਿਹਾ ਹੈ, ਮੈਂ ਇਹ ਚੀਜ਼ ਨੂੰ ਅਵਾਇਡ ਕਰਨਾ ਚਾਹ ਰਿਹਾ ਹਾਂ। ਉਹਦਾ ਕਾਰਨ ਹੈ ਕਿ ਸਿੱਖ ਸਮਾਜ ਨੂੰ ਬਾਕੀ ਸਮਾਜ ਵੀ ਇੰਦੌਰ ਹੀ ਦੇਖ ਰਿਹਾ। ਅੱਜ ਅਸੀਂ ਇੰਦੌਰ 'ਚ ਰਹਿੰਦੇ ਹਾਂ, ਬਹੁਤ ਥੋੜੀ ਸੰਖਿਆ 'ਚ ਹੈਗੇ ਹਾਂ, ਔਰ ਇਹਨੂੰ ਦੂਜਾ ਸਮਾਜ ਵੀ ਆਬਜ਼ਰਵ ਕਰ ਰਿਹਾ, ਦੇਖ ਰਿਹਾ ਹੈ ਕਿ ਸਿੱਖ ਸਮਾਜ ਕਿੱਥੇ ਕਿਸ ਕਰਵਟ ਬੈਠ ਰਿਹਾ। ਅਸੀਂ ਹੈ ਤੇ 2%, ਪਰ ਸਾਡੀ ਹੋਂਦ 20% ਤੇ ਹੈ। ਅੱਜ ਸਾਰੀ ਰਾਜਨੀਤਿਕ ਪਾਰਟੀਆਂ ਸਿੱਖਾਂ ਨੂੰ ਤਾਂ ਹੀ ਪਸੰਦ ਕਰਦੀਆਂ ਨੇ ਕਿ ਸਾਡੀ ਹੋਂਦ ਹੈ, ਸਾਡੀ ਸ਼ਹਾਦਤ ਹੈ। ਸਾਡੇ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਹੈ, ਆਜ਼ਾਦੀ ਦੇ ਅੰਦਰ ਅੱਜ ਸ਼ਹਾਦਤ ਹੋਈ ਹੈ। ਅਗਰ 120 ਬੰਦਿਆਂ ਦੀ ਤੇ 94 ਸਿੱਖ ਸੀਗੇ, ਕਾਲੇ ਪਾਣੀ ਦੀ ਸਜ਼ਾ ਅਗਰ 2 ਲੱਖ ਬੰਦਿਆਂ ਨੂੰ ਹੋਈ ਹੈ ਤੇ 1.5 ਲੱਖ ਬੰਦਾ ਸਿੱਖ ਸੀਗਾ। ਤੇ ਅੱਜ ਅਸੀਂ ਕੋਈ ਵੀ 15 ਅਗਸਤ ਹੋਏ, 26 ਜਨਵਰੀ ਹੋਏ, ਕੋਈ ਵੀ ਦੇਸ਼ ਦਾ ਕਾਰਿਕ੍ਰਮ ਹੁੰਦਾ ਹੈ ਜਾਂ ਵਰਲਡ ਵਾਈਜ਼ ਕਾਰਿਕ੍ਰਮ ਹੁੰਦਾ ਹੈ, ਸਿੱਖ ਸਮਾਜ ਨੂੰ ਇੱਕ ਅਲੱਗ ਤਵੱਜੋ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦੀ ਸ਼ਹਾਦਤ ਇੰਨੀ ਜ਼ਿਆਦਾ ਹੈ। ਉਹਦੀ ਸ਼ਹਾਦਤ ਨੂੰ ਤਿਰੰਗੇ ਦੇ ਸਾਹਮਣੇ ਸਲਾਮ ਕੀਤਾ ਜਾਂਦਾ ਹੈ। ਇਸ ਤੋਂ ਜ਼ਿਆਦਾ ਫਖਰ ਦੀ ਗੱਲ ਨਹੀਂ ਹੋ ਸਕਦੀ। ਤੇ ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਦੀ ਚੋਣਾਂ ਨੂੰ ਲੈ ਕੇ ਸਮਾਜ ਦਾ ਤਮਾਸ਼ਾ ਕਿਉਂ ਬਣੇ, ਇਹ ਚੀਜ਼ ਦਾ ਪ੍ਰयास ਮੇਰੀ ਕੋਸ਼ਿਸ਼ ਹੋ ਰਹੀ ਹੈ ਕਿ ਆਪਸੀ ਨਾ ਹੋਏ। ਤੁਹਾਨੂੰ ਪਤਾ ਹੈ ਪਿੱਛੇ ਸਮਾਜਿਕ ਤੌਰ ਤੇ ਕੁਝ ਇਸ ਤਰ੍ਹਾਂ ਦੀ ਘਟਨਾਵਾਂ ਵੀ ਘਟੀਆਂ ਜਿਹੜੀਆਂ ਨਾਗਵਾਰਾ ਗੁਜ਼ਰ ਰਹੀਆਂ, ਸਮਾਜ ਦੇ ਲੋਕਾਂ ਨੂੰ ਬੋਲ ਨਹੀਂ ਪਾ ਰਹੇ। ਲੇਕਿਨ ਤੁਹਾਨੂੰ ਪਤਾ ਹੈ ਇੰਦੌਰ ਦਾ ਸਿੱਖ ਸਮਾਜ ਬੜਾ ਸਿਆਣਾ ਹੈ, ਆਪਸ ਵਿੱਚ ਇੱਕ ਦੂਸਰੇ ਨਾਲ ਉਹਨਾਂ ਦੇ ਸੰਬੰਧ ਨੇ ਤੇ ਸਾਹਮਣੇ ਨਹੀਂ ਬੋਲਦੇ। ਕਿਉਂਕਿ ਜਿਹੜੀ ਚੋਣਾਂ 'ਚ ਮੈਨੂੰ ਚੁਣਿਆ ਗਿਆ, ਅੱਜ 11 ਸਾਲ ਪਹਿਲਾਂ ਸੰਗਤ ਨੇ ਭਰੋਸਾ ਕੀਤਾ, ਅੱਜ ਉਹ 11 ਸਾਲ ਨੂੰ ਮੈਂ ਕਾਇਮ ਰੱਖਦੇ ਹੋਏ ਆਪਣਾ ਕਾਰਜਕਾਲ ਪੂਰਾ ਕੀਤਾ ਹੈ ਔਰ ਸੰਗਤ ਦਾ ਬੇਤਹਾ ਪਿਆਰ ਮਿਲਿਆ ਹੈ ਔਰ ਸੰਗਤ ਦੀ ਸੇਵਾ ਕੀਤੀ ਹੈ। ਪਦ ਰਹੇ ਨਾ ਰਹੇ ਮੇਰਾ ਪਰਿਵਾਰ ਹੈ, ਮੈਂ ਪਰਿਵਾਰ ਨਾਲ ਹਮੇਸ਼ਾ ਹਰ ਸੁੱਖ ਦੁੱਖ ਵਿੱਚ ਖੜਾ ਰਹਾਂਗਾ।